स्टूडेंट्स अज के टॉपिक दे विच असीं AI दी यानी कि आर्टिफिशियल इंटैलीजेंस की वरतों करके असीं एक प्रोजैक्ट बनावांगे। प्रोजैक्ट बारे भी असीं देखते हैं। सब तो पहलां असीं एक बेसिक डिफरेंस देखते हैं भी मशीन लर्निंग या आर्टिफिशियल इंटैलीजेंस या डीप लर्निंग दे विच की डिफरेंस हुंदा हैगा। जिहड़ी डीप लर्निंग हैगी आ वो मशीन लर्निंग का एक सबसैट आ, एक पार्ट है। ते अग्गों जिहड़ी मशीन लर्निंग हैगी आ ये आर्टिफिशियल इंटैलीजेंस का एक सबसैट हैगा। दैन फस्ट स्टैप जिहड़ा साडे कोले होऊगा वो ये होऊगा भी असीं AI जिहड़ा पोज मॉडल हैगा उहनूं ट्रेन करना। ਉਹਦੇ ਲਈ ਆ ਵੈਬਸਾਈਟ ਹੈ ਤੇ ਇਹਨੂੰ ਅੱਗੇ ਅਸੀਂ ਡਿਟੇਲ ਦੇ ਵਿੱਚ ਦੱਸ ਰਹੇ ਹਾਂ ਵੀ ਇਹ ਟ੍ਰੇਨਡ ਕਿਵੇਂ ਕਰਨਾ। ਤਾਂ ਇੱਥੋਂ ਤੁਸੀਂ ਇਹ ਜਿਹੜਾ ਹੈਗਾ ਮਾਡਲ ਟ੍ਰੇਨ ਕਰ ਲੈਣਾ। ਇਹ ਫਸਟ ਸਟੈਪ ਹੈਗਾ। ਸੈਕੰਡ ਸਟੈਪ ਦੇ ਵਿੱਚ ਤੁਸੀਂ ਨੇ ਇਹ ਟ੍ਰੇਨਡ ਮਾਡਲ ਨੂੰ ਪਿਕਟੋ ਬਲੌਕਸ ਦੇ ਵਿੱਚ ਲੋਡ ਕਰਨਾ। ਹੁਣ ਅਸੀਂ ਪ੍ਰੋਜੈਕਟ ਬਣਾਉਂਦੇ ਹਾਂ। ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ teachable-machines.with google.com। ਇਹ ਵੈਬਸਾਈਟ ਹੈ ਜੀ। ਇਸ ਵੈਬਸਾਈਟ ਨੂੰ ਤੁਸੀਂ ਓਪਨ ਕਰ ਲਓ। ਇਹਦਾ ਜਿਹੜਾ ਲਿੰਕ ਹੈਗਾ ਮੈਂ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੇ ਦੇਵਾਂਗਾ। ਦੈਨ ਤੁਸੀਂ ਜਾਓਗੇ ਜੀ ਗੈਟ ਸਟਾਰਟਡ। ਇੱਥੇ ਸਾਡੇ ਕੋਲ ਤਿੰਨ ਤਰ੍ਹਾਂ ਦੇ ਪ੍ਰੋਜੈਕਟ ਨੇ ਜਿਨ੍ਹਾਂ ਨੂੰ ਅਸੀਂ ਟ੍ਰੇਨ ਕਰ ਸਕਦੇ ਹਾਂ AI ਦੀ ਵਰਤੋਂ ਕਰਕੇ। ਇੱਕ ਸਾਡੇ ਕੋਲ ਇਮੇਜ ਪ੍ਰੋਜੈਕਟ ਹੈਗਾ, ਇੱਕ ਆਡੀਓ ਪ੍ਰੋਜੈਕਟ ਹੈਗਾ ਤੇ ਇੱਕ ਪੋਜ਼ ਪ੍ਰੋਜੈਕਟ ਹੈਗਾ। ਯਾਨੀ ਕਿ ਕੰਪਿਊਟਰ ਜਿਹੜਾ ਹੈਗਾ ਆਪਣੇ ਆਪ ਪੋਜ਼ ਡਿਟੈਕਟ ਕਰੇਗਾ ਤੇ ਉਸਦੇ ਇੰਸਟਰਕਸ਼ਨ ਦੇ ਮੁਤਾਬਿਕ ਕੋਈ ਵੀ ਜਿਹੜਾ ਹੈਗੀ ਆ ਕੰਮ ਹੈਗਾ ਉਹਨੂੰ ਪਰਫਾਰਮ ਕਰੇਗਾ। ਉਸੇ ਤਰੀਕੇ ਨਾਲ ਆਡੀਓ ਪ੍ਰੋਜੈਕਟ ਹੈਗਾ ਕਿ ਤੁਸੀਂ ਬੋਲੋਗੇ ਉਹ ਮਸ਼ੀਨ ਟ੍ਰੇਨਡ ਹੋਏਗੀ ਤੇ ਉਸਦੇ ਅਕੋਰਡਿੰਗਲੀ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਨੇ ਉਹ ਪਰਫਾਰਮ ਹੋਣਗੀਆਂ। ਇਮੇਜ ਪ੍ਰੋਜੈਕਟ ਵੀ ਸੇਮ ਹੈ। ਇਮੇਜ ਦੀ ਆਇਡੈਂਟੀਫਿਕੇਸ਼ਨ ਹੋਏਗੀ। ਜਿਵੇਂ ਜਿਵੇਂ ਇਮੇਜ ਰਿਕਗਨਾਈਜ਼ ਹੋਣਗੀਆਂ ਉਸ ਤਰੀਕੇ ਨਾਲ ਜਿਹੜਾ ਹੈਗਾ ਇੰਸਟਰਕਸ਼ਨਸ ਪਰਫਾਰਮ ਹੋਣਗੀਆਂ। ਸੋ ਅਸੀਂ ਜਿਹੜਾ ਅੱਜ ਦੀ ਟੌਪਿਕ ਹੈਗਾ ਉਹਦੇ ਵਿੱਚ ਅਸੀਂ ਪੋਜ਼ ਪ੍ਰੋਜੈਕਟ ਵਰਤਣਾ। ਤਾਂ ਅਸੀਂ ਪੋਜ਼ ਪ੍ਰੋਜੈਕਟ ਦੇ ਉੱਤੇ ਕਲਿੱਕ ਕਰਤਾ। ਇਸ ਇੰਟਰਫੇਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਈਆਂ ਕਲਾਸ 1 ਯਾਨੀ ਕਿ ਤੁਸੀਂ ਕਿਹੜੀ ਟ੍ਰੇਨ ਕਰਨੀ ਹੈਗੀ ਹੈ। ਕਲਾਸ 2 ਤੁਸੀਂ ਹੋਰ ਐਕਸਟਰਾ ਕਲਾਸਿਸ ਵੀ ਐਡ ਕਰ ਸਕਦੇ ਹੋ ਐਡ ਕਲਾਸ ਦੇ ਨਾਲ। ਸਾਡੇ ਕੋਲੇ 3 ਕਲਾਸਾਂ ਨੇ ਇਸ ਪ੍ਰੋਜੈਕਟ ਦੇ ਵਿੱਚ। ਅਸੀਂ ਜਿਹੜੀ ਗੇਮ ਬਣਾਵਾਂਗੇ ਉਹ ਰੌਕ ਪੇਪਰ ਸੀਜ਼ਰ ਬਣਾਵਾਂਗੇ। ਤਾਂ ਸਾਡੇ ਕੋਲੇ ਫਸਟ ਨੂੰ ਅਸੀਂ ਲਿਖ ਲਿਆ ਰੌਕ। ਜਿਹੜੀ ਸੈਕਿੰਡ ਕਲਾਸ ਆ ਸਾਡੇ ਕੋਲ ਹੈਗੀ ਹੈ ਜੀ ਪੇਪਰ। ਦੈਨ ਥਰਡ ਕਲਾਸ ਕਿਹੜੀ ਹੋ ਗਈ ਸੀਜ਼ਰ। ਹੁਣ ਅਸੀਂ ਨੇ ਇਸ ਮਾਡਲ ਨੂੰ ਟ੍ਰੇਨ ਕਰਨਾ। ਉਹਦੇ ਲਈ ਸਾਨੂੰ ਵੈਬਕੈਮ ਔਨ ਕਰਨਾ ਪਊਗਾ ਟ੍ਰੇਨ ਕਰਨ ਦੇ ਲਈ ਕਿਉਂਕਿ ਅਸੀਂ ਪੋਜ਼ ਲੈਣੇ ਨੇ। ਤਾਂ ਇਹਨੂੰ ਅਲਾਓ ਕਰ ਦਿਓ ਜੀ। ਇੱਥੇ ਸੈਟਿੰਗ ਤੁਸੀਂ ਸੈੱਟ ਕਰ ਲਓ ਆਪਣੇ ਅਕੋਰਡਿੰਗਲੀ ਕਿ ਡਿਲੇ ਮੈਂ ਇੱਥੇ 2 ਸੈਕਿੰਡ ਰੱਖ ਲਈ ਤੇ ਮੈਕਸਿਮਮ ਡਿਊਰੇਸ਼ਨ ਮੈਨੇ 14 ਸੈਕਿੰਡ ਰੱਖ ਲਈ। ਤੁਸੀਂ ਆਪਣੇ ਅਕੋਰਡਿੰਗਲੀ ਇਸ ਨੂੰ ਇਨਕਰੀਜ਼ ਵੀ ਕਰ ਸਕਦੇ ਹੋ ਡਿਕਰੀਜ਼ ਵੀ ਕਰ ਸਕਦੇ ਹੋ। ਰੌਕ ਦਾ ਸਿੰਬਲ ਇਹ ਹੋਊਗਾ। ਇਸ ਨੂੰ ਅਸੀਂ ਰਿਕਾਰਡ ਕਰਾਂਗੇ। ਇਸਨੇ 87 ਪੋਜ਼ਿਸ ਜਿਹੜੇ ਹੈਗੇ ਨੇ ਉਹ ਸੈਂਪਲ ਕਲੈਕਟ ਕਰ ਲਏ। ਦੈਨ ਪੇਪਰ ਦਾ ਸਿੰਬਲ ਕੀ ਹੋਊਗਾ। ਇਹ ਪੇਪਰ ਹੈ ਜੀ। ਇਹਦੇ 68 ਸੈਂਪਲ ਕਲੈਕਟ ਹੋ ਗਏ। ਦੈਨ ਸਾਡੇ ਕੋਲੇ ਨੈਕਸਟ ਆ ਗਿਆ ਸੀਜ਼ਰ। ਸੀਜ਼ਰ ਕਿੱਦਾਂ ਹੋਏਗਾ। ਇਹ ਸੀਜ਼ਰ ਹੋ ਗਿਆ। ਨਾਓ ਅਸੀਂ ਜਿਹੜੇ ਪੋਜ਼ ਸੀਗੇ ਉਹ ਸੈਂਪਲ ਸੀਗੇ ਕਲੈਕਟ ਕਰ ਲਏ ਤੇ ਇਹਨਾਂ ਨੂੰ ਤੁਸੀਂ ਦੁਬਾਰਾ ਫਿਰ ਟ੍ਰੇਨ ਕਰ ਸਕਦੇ ਹੋ। ਜਿੰਨੇ ਸੈਂਪਲ ਕਲੈਕਟ ਕਰਕੇ ਮਸ਼ੀਨ ਨੂੰ ਟ੍ਰੇਨ ਕਰੋਗੇ ਉਨੀ ਜ਼ਿਆਦਾ ਐਕੂਰੇਸੀ ਜਿਹੜੀ ਹੋਊਗੀ ਉਹ ਮਸ਼ੀਨ ਦੀ ਵਧੇਗੀ। ਇਹ ਅਸੀਂ 3 ਸੈਂਪਲ ਕਲੈਕਟ ਕਰ ਲਏ ਰੌਕ ਪੇਪਰ ਸੀਜ਼ਰ। ਦੈਨ ਅਸੀਂ ਕਲਿੱਕ ਕਰਤਾ ਜੀ ਟ੍ਰੇਨ ਮਾਡਲ ਦੇ ਉੱਤੇ।
ਹੁਣ ਅਸੀਂ ਮਾਡਲ ਨੂੰ ਟ੍ਰੇਨ ਕਰ ਰਹੇ ਹਾਂ ਤੇ ਡਿਊਰਿੰਗ ਜਿੰਨਾ ਚਿਰ ਟ੍ਰੇਨਿੰਗ ਚੱਲਦੀ ਹੈ ਤੁਸੀਂ ਇਹਨੂੰ ਜਿਹੜੀ ਟੈਬ ਹੈਗੀ ਇਹਨੂੰ ਸਵਿਚ ਨਾ ਕਰਿਓ ਕਿਉਂਕਿ ਸਾਰਾ ਇੰਟਰਨੈਟ ਦੇ ਥਰੂ ਇਹ ਯੂਜ਼ ਹੋ ਰਿਹਾ। ਹਾਂਜੀ, ਮਸ਼ੀਨ ਟ੍ਰੇਨਡ ਹੋਣ ਤੋਂ ਬਾਅਦ ਜਦੋਂ ਮਸ਼ੀਨ ਫੁੱਲੀ ਟ੍ਰੇਨਡ ਹੋ ਗਈ ਤਾਂ ਤੁਹਾਡੇ ਕੋਲੇ ਪ੍ਰੀਵਿਊ ਦੇ ਲਈ ਇੱਕ ਵਿੰਡੋ ਓਪਨ ਹੋ ਜਾਏਗੀ। ਇੱਥੋਂ ਤੁਸੀਂ ਇਸ ਨੂੰ ਟੈਸਟ ਕਰ ਸਕਦੇ ਹੋ। ਜਿੱਦਾਂ ਕਿ ਜੇ ਮੈਂ ਰੌਕ ਨੂੰ ਟੈਸਟ ਕਰਾਂ ਤਾਂ ਰੌਕ ਮੇਰੇ ਕੋਲ 100% ਰੈਕਗਨਾਈਜੇਸ਼ਨ ਹੋ ਰਹੀ ਹੈ। ਪੇਪਰ ਤੇ ਸੀਜ਼ਰ ਤਾਂ ਮੇਰੇ ਕੋਲ ਜਿਹੜਾ ਮੇਰਾ ਸੈਂਪਲ ਸੀਗੇ ਉਹ ਫੁੱਲੀ ਟ੍ਰੇਨਡ ਹੋ ਗਏ, ਮਸ਼ੀਨ ਟ੍ਰੇਨਡ ਹੋ ਗਈ। ਦੈਨ ਇਸ ਤੋਂ ਬਾਅਦ ਇਸ ਨੂੰ ਅਸੀਂ ਪ੍ਰੀਵਿਊ ਨੂੰ ਅਸੀਂ ਆਫ ਕਰ ਦਿੰਦੇ ਹਾਂ। ਦੈਨ ਐਕਸਪੋਰਟ ਮਾਡਲ। ਹਾਂਜੀ ਸਟੂਡੈਂਟਸ, ਹੁਣ ਅਸੀਂ ਦੇਖਦੇ ਹਾਂ ਵੀ ਜਿਹੜੀ ਕੋਡਿੰਗ ਆ ਉਹ ਕਿਵੇਂ ਕਰਨੀ ਹੈ, ਯਾਨੀ ਕਿ ਗੇਮ ਕੰਪਲੀਟਲੀ ਡਿਵੈਲਪ ਕਿਵੇਂ ਕਰਨੀ ਹੈ। ਉਹਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜਾ ਫਸਟ ਸਟੈਪ ਦੇ ਵਿੱਚ ਅਸੀਂ ਜਿਹੜਾ AI ਮਾਡਲ ਆ ਜਿਹੜਾ ਟ੍ਰੇਨਡ ਕਰ ਚੁੱਕੇ ਹਾਂ ਉਸ ਨੂੰ ਪਿਕਟੋਬਲੌਕਸ ਦੇ ਵਿੱਚ ਅਪਲੋਡ ਕਰਨਾ ਹੋਊਗਾ। ਇਹਦੇ ਲਈ ਤੁਸੀਂ ਜਦੋਂ AI ਮਾਡਲ ਨੂੰ ਕਲਾਊਡ ਦੇ ਉੱਤੇ ਅਪਲੋਡ ਕਰਤਾ ਤਾਂ ਤੁਹਾਡੇ ਕੋਲ ਇੱਕ ਲਿੰਕ ਆ ਜਾਏਗਾ। ਇਹ ਵਾਲਾ ਲਿੰਕ ਹੈ ਜੀ ਮੇਰੇ ਕੋਲ। ਇਸ ਲਿੰਕ ਨੂੰ ਕਾਪੀ ਕਰ ਲਓ। ਦੈਨ ਐਡ ਐਕਸਟੈਂਸ਼ਨ ਦੇ ਵਿੱਚ ਮਸ਼ੀਨ ਲਰਨਿੰਗ ਦੇ ਵਿੱਚ ਲੋਡ ਮਾਡਲ ਦੇ ਵਿੱਚ ਇੱਥੇ ਤੁਸੀਂ ਪਹਿਲਾਂ ਲਿੰਕ ਨੂੰ ਪੇਸਟ ਕਰੋ ਤੇ ਜਿਹੜਾ ਤੁਹਾਡਾ ਮਾਡਲ ਦੀ ਟਾਈਪ ਸੀਗੀ ਉਹ ਸੀਗੀ ਪੋਜ਼ ਸਿਲੈਕਟ ਕਰੋ। ਦੈਨ ਲੋਡ ਦਾ ਮਾਡਲ। ਇਹ ਮਾਡਲ ਤੁਹਾਡੇ ਕੋਲੇ ਲੋਡ ਹੋ ਗਿਆ। ਜਦੋਂ ਮਾਡਲ ਤੁਹਾਡੇ ਕੋਲੇ ਲੋਡ ਹੋ ਗਿਆ ਤਾਂ ਤੁਹਾਡੇ ਕੋਲ ਬਲੌਕਸ ਬਣ ਕੇ ਆ ਗਏ। ਇਹਨਾਂ ਬਲੌਕਸ ਨੂੰ ਹੁਣ ਅਸੀਂ ਯੂਜ਼ ਕਰਾਂਗੇ। ਸੈਕੰਡ ਸਟੈਪ ਦੇ ਵਿੱਚ ਜਿਹੜਾ ਨੈਕਸਟ ਸਟੈਪ ਆ ਸਾਡੇ ਕੋਲ, ਇਸ ਕੇਸ ਦੇ ਵਿੱਚ ਸਾਨੂੰ ਕੀ ਚਾਹੀਦੇ ਨੇ, 2 ਸਪਰਾਈਟ ਚਾਹੀਦੇ ਨੇ। ਇਹ ਦੋਨੋਂ ਸਪਰਾਈਟ ਨੇ ਜਿਹੜੇ ਇਹ ਆਲਰੇਡੀ ਲਾਇਬ੍ਰੇਰੀ ਦੇ ਵਿੱਚ ਅਵੇਲੇਬਲ ਨੇ। ਇਹਦੇ ਲਈ ਤੁਸੀਂ ਕੀ ਕਰਨਾ ਹੈਗਾ, ਚੂਜ਼ ਸਪਰਾਈਟ। ਇਹ ਰੌਕ ਪੇਪਰ ਸੀਜ਼ਰ ਦਾ ਆਲਰੇਡੀ ਜਿਹੜਾ ਬਣਿਆ ਹੋਇਆ ਸਪਰਾਈਟ ਆ ਇਹਨੂੰ ਤੁਸੀਂ ਲੋਡ ਕਰ ਲਓ। ਜਿਹੜਾ ਸੈਕੰਡ ਕੰਪਿਊਟਰ ਦੀ ਤਰਫ ਤੋਂ ਤੁਸੀਂ ਸਪਰਾਈਟ ਲੋਡ ਕਰਨਾ ਉਹ ਤੁਹਾਨੂੰ ਬਣਾਉਣਾ ਪਊਗਾ, ਉਹਨੂੰ ਤੁਸੀਂ ਮੋਡੀਫਾਈ ਕਰ ਸਕਦੇ ਹੋ। ਜਿਵੇਂ ਇਸ ਕੇਸ ਦੇ ਵਿੱਚ ਮੈਂ ਕੁਝ ਜਿਹੜੇ ਸਪਰਾਈਟ ਆਲਰੇਡੀ ਬਣੇ ਹੋਏ ਸੀਗੇ ਉਹਨਾਂ ਨੂੰ ਯੂਜ਼ ਕਰਕੇ ਇੱਕ ਕਾਮਨ ਸਪਰਾਈਟ ਹੋਰ ਬਣਾ ਲਿਆ। ਜਿਵੇਂ ਇਹਦੇ ਵਿੱਚੋਂ ਰੌਕ ਲੈ ਲਿਆ। ਦੈਨ ਜਿਹੜਾ ਰੋਬਟ ਸੀ ਕੰਪਿਊਟਰ ਸੀਗਾ ਉਹਦੀ ਜਗ੍ਹਾ ਦੇ ਉੱਤੇ ਰੋਬਟ ਵਾਲਾ ਸਪਰਾਈਟ ਆ ਉਹ ਲੈ ਲਿਆ, ਅਪਲੋਡ ਕਰ ਲਿਆ ਇਹ ਵਾਲਾ। ਤੇ ਪੇਪਰ ਦੇ ਲਈ ਇਹ ਵਾਲਾ ਮੈਂ ਜਿਹੜਾ ਸਪਰਾਈਟ ਸੀਗਾ ਉਹ ਯੂਜ਼ ਕਰ ਲਿਆ। ਇਹਨੂੰ ਯੂਜ਼ ਕਰਕੇ ਇੱਕ ਸਪਰਾਈਟ ਬਣਾ ਲਿਆ। ਇਹ ਸਪਰਾਈਟ ਹੈ ਜੀ। ਇਹਦੇ ਕਾਸਟਿਊਮ ਜਾਓਗੇ ਤੁਹਾਨੂੰ ਪਤਾ ਚੱਲ ਜਾਊਗਾ। ਇਹਦੇ 3 ਕਾਸਟਿਊਮ ਬਣਾਏ ਹੋਏ ਨੇ, ਸੀਜ਼ਰ, ਰੌਕ ਤੇ ਪੇਪਰ। ਹੁਣ ਜਿਹੜਾ ਇਹ ਵਾਲਾ ਸਪਰਾਈਟ ਹੈ, ਇਹ ਵਾਲਾ ਸਪਰਾਈਟ ਜਿਹੜਾ ਯੂਜ਼ ਕਰ ਰਹੇ ਹਾਂ ਇਹ ਪਲੇਅਰ ਦੇ ਲਈ ਕਰ ਰਹੇ ਹਾਂ। ਇਹ ਵਾਲਾ ਜਿਹੜਾ ਸਪਰਾਈਟ ਹੈ ਇਹ ਇੰਡੀਕੇਟ ਕਰੇਗਾ ਜੀ ਕੰਪਿਊਟਰ ਨੂੰ। ਤੇ 3 ਵੇਰੀਏਬਲ ਲਏ ਨੇ। ਤਿੰਨੋਂ ਵੇਰੀਏਬਲ ਦਾ ਮੈਂ ਨਾਂ ਰੱਖਿਆ ਹੋਇਆ ਹੈਗਾ। ਜਿਹੜਾ ਇੱਕ ਦਾ ਨਾਂ ਰੱਖਿਆ ਕੰਪਿਊਟਰ ਪਲੇਅਰ, ਇਹਨੂੰ ਹਾਈਡ ਕੀਤਾ। ਇਹਦੇ ਵਿੱਚ ਰੈਂਡਮ ਵੈਲਿਊ ਸਟੋਰ ਹੋਊਗੀ, ਉਹ ਆਪਾਂ ਅੱਗੇ ਵੇਖਦੇ ਹਾਂ। ਜਿਹੜਾ ਦੂਜਾ ਵੇਰੀਏਬਲ ਹੈਗਾ ਇਹ ਹੈਗਾ ਕੰਪਿਊਟਰ ਸਕੋਰ ਤੇ ਯੂਅਰ ਸਕੋਰ। ਕੰਪਿਊਟਰ ਸਕੋਰ ਜਿਹੜਾ ਹੈਗਾ ਕੰਪਿਊਟਰ ਦੀ ਤਰਫ ਤੋਂ ਜਿਹੜਾ ਸਕੋਰ ਆਊਗਾ ਉਹ ਇਹਦੇ ਵਿੱਚ ਸਟੋਰ ਹੋਊਗਾ, ਇਹ ਡਿਸਪਲੇ ਕਰੂਗਾ। ਤੇ ਯੂਅਰ ਸਕੋਰ ਦੇ ਵਿੱਚ ਪਲੇਅਰ ਦਾ ਜਿਹੜਾ ਸਕੋਰ ਹੈਗਾ ਉਹ ਦਿਖਾਇਆ ਜਾਊਗਾ। ਹੁਣ ਨੈਕਸਟ ਅਸੀਂ ਕੀ ਕਰਦੇ ਹਾਂ, ਨੈਕਸਟ ਸਭ ਤੋਂ ਪਹਿਲਾਂ ਅਸੀਂ ਜਿਹੜਾ ਯੂਅਰ ਸਕੋਰ ਹੈਗਾ ਯਾਨੀ ਕਿ ਪਲੇਅਰ ਦਾ ਜਿਹੜਾ ਸਪਰਾਈਟ ਹੈਗਾ ਉਹਨੂੰ ਸਿਲੈਕਟ ਕੀਤਾ। ਦੈਨ ਈਵੈਂਟ ਦੇ ਵਿੱਚ ਵੈਨ ਫਲੈਗ ਕਲਿਕਡ, ਕਿ ਜਦੋਂ ਅਸੀਂ ਪ੍ਰੋਗਰਾਮ ਨੂੰ ਸਟਾਰਟ ਕਰਤਾ, ਰਨ ਹੋਣਾ ਸ਼ੁਰੂ ਹੋ ਗਿਆ, ਸਭ ਤੋਂ ਪਹਿਲਾ ਕੰਮ ਜਿਹੜਾ ਵੇਰੀਏਬਲ ਦਾ ਸਕੋਰ ਹੈਗਾ ਉਹਨੂੰ 0 ਕਰ ਦਿਓ ਜੀ। ਸੈਟ ਕੰਪਿਊਟਰ ਸਕੋਰ ਟੂ 0, ਸੈਟ ਯੂਅਰ ਸਕੋਰ ਟੂ 0। ਇਹਨੂੰ ਤੁਸੀਂ ਰਨ ਕਰੋਗੇ, ਇੱਥੇ ਜਿਹੜਾ ਸਟਾਰਟਿੰਗ ਸਕੋਰ ਆ ਉਹ ਕੀ ਹੋ ਗਿਆ, 0 ਹੋ ਗਿਆ। ਉਸ ਤੋਂ ਬਾਅਦ ਮਸ਼ੀਨ ਲਰਨਿੰਗ ਦੇ ਵਿੱਚ ਪੋਜੀਸ਼ਨ ਵਿੰਡੋ ਯਾਨੀ ਕਿ ਵਿੰਡੋ ਓਪਨ ਕਰੋ ਜਿਹੜੀ ਰਿਕਗਨਾਈਜ਼ ਕਰੂਗੀ ਕਿ ਰੌਕ ਹੈ, ਰੌਕ ਪੋਜ਼ ਹੈ ਜਾਂ ਸੀਜ਼ਰ ਪੋਜ਼ ਹੈ ਜਾਂ ਪੇਪਰ ਪੋਜ਼ ਹੈਗਾ।
ਦੈਨ ਕੰਟਰੋਲ ਦੇ ਵਿੱਚ ਫੋਰ ਐਵਰ ਲੂਪ, ਇੱਥੇ ਮੈਂ ਫੋਰ ਐਵਰ ਵਰਤ ਰਿਹਾ ਕਿ ਜਿੰਨਾ ਚਿਰ ਵਿੰਡੋ ਓਪਨ ਹੈਗੀ ਆ ਇਹ ਜਿਹੜੀ ਗੇਮ ਹੈਗੀ ਆ ਇਹ ਚੱਲਦੀ ਰਹੇਗੀ ਜੀ। ਇਫ ਮਸ਼ੀਨ ਲਰਨਿੰਗ get confidence of class operator ਕਿਹੜੀ ਕਲਾਸ ਹੋਏਗੀ? ਅਗਰ ਰੌਕ ਹੋਇਆ, ਰੌਕ ਦਾ ਪੋਜ਼ ਹੈਗਾ ਤੇ ਉਹਦੀ ਜਿਹੜੀ ਰੈਕਗਨਾਈਜੇਸ਼ਨ ਹੈਗੀ ਆ ਉਹ 99% ਹੈ। ਕਿਹੜੀਆਂ ਸਟੇਟਮੈਂਟਸ ਐਗਜ਼ੀਕਿਊਟ ਹੋਣ? ਜੇ 99% ਰੈਕਗਨਾਈਜੇਸ਼ਨ ਹੋ ਜਾਂਦੀ ਆ ਤਾਂ ਸਟੇਟਮੈਂਟ ਕਿਹੜੀਆਂ ਐਗਜ਼ੀਕਿਊਟ ਹੋਣੀਆਂ ਚਾਹੀਦੀਆਂ ਨੇ? ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਮੈਸੇਜ ਚਾਹੀਦਾ, ਇੱਕ ਮੈਸੇਜ ਅਸੀਂ ਬ੍ਰੌਡਕਾਸਟ ਕਰਾਉਣਾ। ਮੈਸੇਜ ਡਿਸਪਲੇ ਕਰਾਉਣਾ ਤੇ ਕਾਸਟਿਊਮ ਸਵਿਚ ਕਰਾਉਣਾ ਹੈਗਾ। ਇਹ ਤਿੰਨ ਚੀਜ਼ਾਂ ਚਾਹੀਦੀਆਂ ਨੇ। ਇਹ ਸਾਨੂੰ ਤਿੰਨ ਸਟੇਟਸ ਨੇ, ਜਿੱਦਾਂ ਰੌਕ ਪੇਪਰ ਸੀ ਤਾਂ ਮੈਂ ਤਿੰਨ ਯੂਜ਼ ਕਰ ਲਈਆਂ, ਬਣਾ ਲਈਆਂ ਪਹਿਲਾਂ ਹੀ। ਇੱਥੇ ਮੇਰੇ ਕੋਲ ਕੀ ਆਏਗਾ ਜੀ? ਰੌਕ। ਪਹਿਲੀ ਪੋਜੀਸ਼ਨ ਕਿਹੜੀ ਹੈ? ਰੌਕ ਦੀ। ਤੇ ਮੈਸੇਜ ਕੀ ਬ੍ਰੌਡਕਾਸਟ ਹੋਵੇ? ਮੈਸੇਜ ਵੀ ਬ੍ਰੌਡਕਾਸਟ ਹੋਵੇ ਰੌਕ। ਦੈਨ ਓਕੇ। ਤੇ ਮੈਸੇਜ ਡਿਸਪਲੇ ਕੀ ਹੋਵੇ? ਡਿਸਪਲੇ ਵੀ ਰੌਕ ਹੀ ਹੋਣਾ ਚਾਹੀਦਾ। ਦੈਨ ਦੁਬਾਰਾ ਫਿਰ ਅਸੀਂ ਕੰਟਰੋਲ ਦੇ ਵਿੱਚ ਚਲੇ ਗਏ। ਇਫ, ਇੱਕ ਵਾਰ ਇਫ ਹੋਰ, then ਤਾਂ ਫਸਟ ਸਾਡੇ ਕੋਲ ਪੋਜੀਸ਼ਨ ਰੌਕ ਦੀ ਸੀ, ਸੈਕੰਡ ਪੇਪਰ, ਥਰਡ ਕੀ ਹੋਗਾ ਸਾਡੇ ਕੋਲੇ? ਸੀਜ਼ਰ। ਤਾਂ ਉਸੇ ਹਿਸਾਬ ਨਾਲ ਮੈਸੇਜ ਵੀ ਆਪਾਂ ਨੂੰ ਚੇਂਜ ਕਰਨਾ ਪਊਗਾ। ਪੇਪਰ, ਸੀਜ਼ਰ, ਤੇ ਮੈਸੇਜ ਵੀ ਜਿਹੜਾ ਬ੍ਰੌਡਕਾਸਟ ਹੋਵੇ। ਜੇ ਪੇਪਰ ਹੈ ਜੀ ਤਾਂ ਪੇਪਰ ਬ੍ਰੌਡਕਾਸਟ ਹੋਵੇ ਮੈਸੇਜ, ਤੇ ਜੇ ਸੀਜ਼ਰ ਹੈ ਤਾਂ ਮੈਸੇਜ ਸੀਜ਼ਰ ਬ੍ਰੌਡਕਾਸਟ ਹੋਵੇ। ਇਹ ਸਾਡੇ ਕੋਲੇ ਜਿਹੜੀ ਪਲੇਅਰ ਦੀ ਕੋਡਿੰਗ ਹੈਗੀ ਉਹ ਖਤਮ ਹੋ ਗਈ। ਹੁਣ ਅਸੀਂ ਇਸ ਨੂੰ ਟੈਸਟ ਕਰਕੇ ਵੇਖਦੇ ਹਾਂ ਵੀ ਜਿਹੜੀ ਅਸੀਂ ਕੋਡਿੰਗ ਕੀਤੀ ਆ ਕੀ ਉਹ ਸਹੀ ਹੋਈ ਹੈ। ਟੈਸਟ ਕਰਨ ਦੇ ਲਈ ਤੁਸੀਂ ਇਹਨੂੰ ਐਗਜ਼ੀਕਿਊਟ ਕਰੋ। ਵਿੰਡੋ ਓਪਨ ਹੋ ਗਈ, ਬਿਲਕੁਲ ਠੀਕ ਹੈ। ਦੈਨ ਅਸੀਂ ਪੋਜੀਸ਼ਨ, ਦੇਖੀ ਮੈਂ ਰੌਕ ਆ ਗਿਆ, ਬਿਲਕੁਲ ਠੀਕ ਹੈ। ਪੇਪਰ, ਮੈਸੇਜ ਗਲਤ ਡਿਸਪਲੇ ਹੋ ਗਿਆ। ਕਾਸਟਿਊਮ ਨਹੀਂ ਚੇਂਜ ਕੀਤਾ, ਯੈਸ ਇਹ ਸਾਡੇ ਕੋਲ ਗਲਤੀ ਹੈ। ਹਰ ਵਾਰ ਸੀਜ਼ਰ ਦਾ ਹੀ ਹੋਊਗਾ, ਇੱਥੇ ਪੇਪਰ ਦਾ ਆਏਗਾ। ਪੇਪਰ। ਨਾਓ ਐਗਜ਼ੀਕਿਊਟ ਅਗੇਨ। ਜਦੋਂ ਟੈਸਟ ਕਰਨਾ ਸਾਡੇ ਕੋਲ ਰੌਕ, ਤਾਂ ਇਹ ਮੇਰੇ ਕੋਲ ਕੋਡਿੰਗ ਜਿਹੜੀ ਹੈਗੀ ਹੈ ਬਿਲਕੁਲ ਸਹੀ ਹੋ ਗਈ। ਹੁਣ ਅਸੀਂ ਚੱਲਦੇ ਹਾਂ ਕੰਪਿਊਟਰ ਦੇ ਸਪਰਾਈਟ ਆ ਉਹਦੇ ਵੱਲ, ਕੋਡਿੰਗ ਕਿੱਦਾਂ ਦੀ ਹੋਏਗੀ। ਹਾਂਜੀ, ਹੁਣ ਅਸੀਂ ਲੌਜਿਕ ਸਮਝਦੇ ਹਾਂ ਵੀ ਰੌਕ ਪੇਪਰ ਸੀਜ਼ਰ ਦੇ ਵਿੱਚ ਜਿਹੜਾ ਸਕੋਰਿੰਗ ਦਾ ਲੌਜਿਕ ਆ ਉਹ ਕਿਵੇਂ ਆਏਗਾ।
ਇੱਥੇ ਮੈਂ ਇੱਕ ਟੇਬਲ ਬਣਾ ਲਿਆ। ਇਸ ਦੇ ਇੱਕ ਤਰਫ ਮੇਰੇ ਕੋਲੇ ਕੰਪਿਊਟਰ ਹੈ ਜੀ, ਇਹ ਕੰਪਿਊਟਰ ਦਾ ਸਕੋਰ ਹੋ ਗਿਆ। ਇਹ ਮੇਰੇ ਕੋਲੇ ਪਲੇਅਰ ਦਾ ਸਕੋਰ ਹੋ ਗਿਆ, ਜਿਸ ਨੂੰ ਮੈਂ ਯੂਅਰ ਸਕੋਰ ਦੇ ਵੇਰੀਏਬਲ ਨਾਂ ਦੇ ਵਿੱਚ ਸਟੋਰ ਕੀਤਾ। ਹੁਣ ਅਗਰ ਮੇਰੇ ਕੋਲੇ ਪਲੇਅਰ ਨੇ ਵੀ ਤੇ ਕੰਪਿਊਟਰ ਨੇ ਵੀ ਰੌਕ ਸਿਲੈਕਟ ਕਰ ਲਿਆ, ਪਲੇਅਰ ਨੇ ਵੀ ਰੌਕ ਸਿਲੈਕਟ ਕਰ ਲਿਆ, ਕੰਪਿਊਟਰ ਦਾ ਵੀ ਰੌਕ ਆ ਗਿਆ, ਦੈਨ ਇੱਥੇ ਕੋਈ ਸਕੋਰਿੰਗ ਨਹੀਂ ਹੋਊਗੀ। ਸਿਮਿਲਰਲੀ ਸੀਜ਼ਰ ਦੇ ਵਿੱਚ ਵੀ ਅਗਰ ਪਲੇਅਰ ਤੇ ਕੰਪਿਊਟਰ ਨੇ ਸੀਜ਼ਰ ਸਿਲੈਕਟ ਕਰ ਲਿਆ ਤਾਂ ਵੀ ਕੋਈ ਸਕੋਰਿੰਗ ਨਹੀਂ, ਅਗਰ ਦੋਹਾਂ ਨੇ ਪੇਪਰ ਸਿਲੈਕਟ ਕਰ ਲਿਆ ਤਾਂ ਵੀ ਕੋਈ ਸਕੋਰਿੰਗ ਨਹੀਂ। ਲੇਕਿਨ ਅਗਰ ਪਲੇਅਰ ਨੇ ਰੌਕ ਸਿਲੈਕਟ ਕਰ ਲਿਆ ਤੇ ਕੰਪਿਊਟਰ ਨੇ ਸੀਜ਼ਰ ਆਇਆ, ਉਸ ਕੇਸ ਦੇ ਵਿੱਚ ਜਿਹੜਾ ਪਲੇਅਰ ਦਾ ਸਕੋਰ ਆ, ਯਾਨੀ ਕਿ ਪਲੇਅਰ ਦਾ ਸਕੋਰ ਆ ਯਾਨੀ ਕਿ ਯੂਅਰ ਸਕੋਰ, ਉਹ ਕੀ ਹੋਏਗਾ, ਇਨਕਰੀਜ਼ ਹੋਏਗਾ +1। ਸਿਮਿਲਰਲੀ ਰੌਕ ਔਰ ਪੇਪਰ ਦੇ ਵਿੱਚੋਂ ਮੇਰੇ ਕੋਲੇ ਪੇਪਰ ਦਾ ਜਿਹੜਾ ਸਕੋਰ ਆ ਯਾਨੀ ਕਿ ਕੰਪਿਊਟਰ ਦਾ ਜਿਹੜਾ ਸਕੋਰ ਆ ਉਹ ਇਨਕਰੀਜ਼ ਹੋਏਗਾ। ਇੱਥੇ ਮੇਰੇ ਕੋਲ ਕੰਪਿਊਟਰ ਜਿੱਤ ਗਿਆ, ਕੰਪਿਊਟਰ ਦਾ ਜਿਹੜਾ ਸਕੋਰ ਆ ਉਹ ਇਨਕਰੀਜ਼ ਹੋ ਗਿਆ। ਅਗਰ ਮੇਰੇ ਕੋਲ ਪਲੇਅਰ ਨੇ ਸੀਜ਼ਰ ਸਿਲੈਕਟ ਕਰ ਲਿਆ ਤੇ ਕੰਪਿਊਟਰ ਨੇ ਰੌਕ ਸਿਲੈਕਟ ਕੀਤਾ, ਉਸ ਕੇਸ ਦੇ ਵਿੱਚ ਮੇਰੇ ਕੋਲੇ ਕੰਪਿਊਟਰ ਦਾ ਸਕੋਰ ਆ ਜਿਹੜਾ ਉਹ ਇਨਕਰੀਜ਼ ਹੋਏਗਾ। ਸੀਜ਼ਰ ਤੇ ਪੇਪਰ ਦੇ ਵਿੱਚੋਂ ਮੇਰੇ ਕੋਲੇ ਪੇਪਰ ਦਾ ਜਿਹੜਾ ਸਕੋਰ ਆ ਉਹ ਇਨਕਰੀਜ਼ ਹੋਏਗਾ। ਅਗਰ ਪੇਪਰ ਤੇ ਰੌਕ ਆ ਗਿਆ ਮੇਰੇ ਕੋਲੇ ਤਾਂ ਮੇਰੇ ਕੋਲੇ ਜਿਹੜਾ ਪਲੇਅਰ ਦਾ ਸਕੋਰ ਹੈ ਉਹ ਇਨਕਰੀਜ਼ ਹੋਏਗਾ। ਤੇ ਅਗਰ ਮੇਰੇ ਕੋਲੇ ਪੇਪਰ ਤੇ ਸੀਜ਼ਰ ਹੈਗਾ ਤਾਂ ਮੇਰੇ ਕੋਲ ਸੀਜ਼ਰ ਯਾਨੀ ਕਿ ਕੰਪਿਊਟਰ ਦਾ ਜਿਹੜਾ ਸਕੋਰ ਆ ਉਹ ਇਨਕਰੀਜ਼ ਹੋਏਗਾ। ਸੋ ਇਹ ਆ ਗਿਆ ਜੀ ਮੇਰੇ ਕੋਲ ਸਕੋਰਿੰਗ ਐਲਗੋਰਿਥਮ, ਤੇ ਇਸ ਨੂੰ ਮੈਂ ਹੁਣ ਬਲੌਕ ਦੀ ਮਦਦ ਦੇ ਨਾਲ ਪਿਕਟੋ ਬਲੌਕਸ ਦੇ ਵਿੱਚ ਇੰਪਲੀਮੈਂਟ ਕਰਾਂਗਾ। ਹੁਣ ਅਸੀਂ ਵੇਖਦੇ ਹਾਂ ਜੀ ਵੀ ਅਸੀਂ ਜਿਹੜਾ ਕੰਪਿਊਟਰ ਸਪਰਾਈਟ ਆ ਉਹਦੇ ਵਿੱਚ ਕਿੱਦਾਂ ਦੀ ਕੋਡਿੰਗ ਕਰਨੀ ਹੈਗੀ ਹੈ। ਕੰਪਿਊਟਰ ਸਪਰਾਈਟ ਨੂੰ ਕਲਿੱਕ ਕਰੋ ਤੇ ਉਸ ਤੋਂ ਬਾਅਦ ਸੈਂਸਿੰਗ ਆਊਗਾ। ਸਭ ਤੋਂ ਪਹਿਲਾਂ ਤਾਂ ਸੈਂਸਿੰਗ ਦੇ ਵਿੱਚ ਮੈਸੇਜ ਨਹੀਂ, ਸੈਂਸਿੰਗ 'ਚ ਨਹੀਂ ਹੈਗਾ, ਇਹ ਹੈਗਾ ਜੀ ਈਵੈਂਟ ਦੇ ਵਿੱਚ। ਈਵੈਂਟ ਦੇ ਵਿੱਚ ਹੈਗਾ ਵੈਨ ਆਈ ਰਿਸੀਵ, ਜਦੋਂ ਰੌਕ ਮੈਸੇਜ ਰਿਸੀਵ ਹੋਵੇ ਤਾਂ ਕਿਹੜਾ ਐਕਸ਼ਨ ਪਰਫਾਰਮ ਹੋਵੇ। ਸਿਮਿਲਰਲੀ ਜਦੋਂ ਸੀਜ਼ਰ ਮੈਸੇਜ ਰਿਸੀਵ ਹੋਵੇ ਤਾਂ ਕਿਹੜੇ ਐਕਸ਼ਨ ਪਰਫਾਰਮ ਹੋਣ, ਈਵੈਂਟ ਕਿਹੜੇ ਪਰਫਾਰਮ ਹੋਣ, ਜਦੋਂ ਪੇਪਰ ਹੋਵੇ ਤਾਂ ਕਿਹੜੇ ਈਵੈਂਟ ਪਰਫਾਰਮ ਹੋਣ। ਇਹਨਾਂ ਤਿੰਨਾਂ ਦੇ ਦੁਆਲੇ ਹੀ ਸਾਡੇ ਕੋਲੇ ਸਕੋਰਿੰਗ ਦੀ ਜਿਹੜੀ ਕੋਡਿੰਗ ਆ ਉਹ ਚੱਲੇਗੀ। ਹਾਂਜੀ, ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਕਰਨਾ ਕੀ ਆ ਵੀ ਅਸੀਂ ਜਿਹੜਾ ਸੈਂਸ ਕੀਤਾ, ਜਦੋਂ ਮੈਂ ਰੌਕ ਦਾ ਮੈਸੇਜ ਰਿਸੀਵ ਹੋ ਗਿਆ ਤਾਂ ਅਸੀਂ ਸਕੋਰ ਜਿਹੜਾ ਹੈਗਾ ਉਹ ਇਨਕਰੀਜ਼ ਕਰਨਾ। ਅਗਰ ਤਾਂ ਸਕੋਰ ਪਲੇਅਰ ਦਾ ਹੈਗਾ ਤਾਂ ਉਹਨੂੰ ਇਨਕਰੀਜ਼ ਕਰਾਂਗੇ, ਅਗਰ ਕੰਪਿਊਟਰ ਸਕੋਰ ਹੈਗਾ ਉਹ ਜਿੱਤ ਗਿਆ ਤਾਂ ਉਹਨੂੰ ਇਨਕਰੀਜ਼ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਸਾਨੂੰ ਕੰਪਿਊਟਰ ਦੇ ਜਿਹੜਾ ਹੈਗਾ ਉਹਦੇ ਸਾਨੂੰ ਜਿਹੜੇ ਪੋਜ਼ ਹੈਗੇ ਨੇ, ਯਾਨੀ ਕਿ ਪ੍ਰੈਡਿਕਟ ਕਰੇਗਾ ਜਾਂ ਉਹ ਕਿੱਦਾਂ ਖੇਲੇਗਾ, ਉਹ ਚੀਜ਼ ਸਾਨੂੰ ਇੱਥੇ ਬਣਾਉਣੀ ਪੈਣੀ ਆ। ਉਹਦੇ ਲਈ ਅਸੀਂ ਇੱਥੇ ਪਹਿਲਾਂ ਤਾਂ ਯੂਜ਼ ਕਰਾਂਗੇ ਜੀ ਇਫ ਕੰਡੀਸ਼ਨ। 3 ਇਫ ਚਾਹੀਦੀਆਂ ਨੇ ਨਾ, 2 ਤਾਂ ਸਾਨੂੰ ਚਾਹੀਦੀਆਂ, ਇੱਕ 'ਚ 2 ਚਾਹੀਦੀਆਂ ਨੇ। ਤਾਂ ਰੈਂਡਮ ਵੇਰੀਏਬਲ ਕਿੰਨੀਆਂ ਸਟੇਟ ਨੇ ਜੀ? 3 ਸਟੇਟ ਨੇ, ਠੀਕ ਹੈ। ਇਕੁਅਲ ਟੂ ਆਪਰੇਟਰ, ਪਹਿਲਾਂ ਤਾਂ ਰੈਂਡਮ ਵੇਰੀਏਬਲ ਨੂੰ ਅਸੀਂ ਸਟੋਰ ਕਰਾਉਣਾ। ਵੇਰੀਏਬਲ ਦੀ ਵੈਲਿਊ ਦੇ ਵਿੱਚ ਸਭ ਤੋਂ ਪਹਿਲਾ ਕੰਮ ਸਾਡੇ ਕੋਲ ਇਹ ਆ, ਪਿਕ ਦਾ ਰੈਂਡਮ ਨੰਬਰ, ਸੈਟ ਕੰਪਿਊਟਰ ਪਲੇਅਰ ਵੇਰੀਏਬਲ ਜਿਹੜਾ ਹੈਗਾ ਉਹਨੂੰ 1 ਜਾਂ 3 ਦੇ ਵਿੱਚੋਂ ਅਸੀਂ ਨੇ ਸੈੱਟ ਕਰਨਾ ਹੈਗਾ। ਦੈਨ
ਜਿਹੜੇ ਅਸੀਂ ਕੇਸ ਪਿੱਛੇ ਸਮਝੇ ਨੇ ਵੀਡੀਓ ਦੇ ਵਿੱਚ ਕਿ ਸਕੋਰਿੰਗ ਕਿੱਦਾਂ ਹੋਏਗੀ। ਅਗਰ ਕੰਪਿਊਟਰ ਪਲੇਅਰ ਦੀ ਜਿਹੜਾ ਵੈਲਿਊ ਰੈਂਡਮ ਵੈਲਿਊ ਆਈ ਹੈ ਉਹ ਯਾਨੀ ਕਿ ਸਾਡੇ ਕੋਲ ਜਿਹੜਾ ਫਸਟ ਕੇਸ ਹੈਗਾ ਕਿ ਜਿਹੜੇ ਕੰਪਿਊਟਰ ਦੀ ਪਲੇਅਰ ਦਾ ਜਿਹੜਾ ਰੈਂਡਮ ਵੇਰੀਏਬਲ ਹੈਗਾ ਉਹ ਸਾਡੇ ਕੋਲੇ 2 ਆ ਜਾਂਦਾ ਰੌਕ ਦੇ ਵਿੱਚ। ਦੈਨ ਅਸੀਂ ਸਕੋਰ ਕਿਹਦਾ ਚੇਂਜ ਕਰਾਂਗੇ, ਸਕੋਰ ਚੇਂਜ ਕਰਾਂਗੇ ਪਲੇਅਰ ਦਾ, ਯਾਨੀ ਕਿ ਯੂਅਰ ਸਕੋਰ ਚੇਂਜ ਬਾਏ 1। ਤੇ ਜਿਹੜਾ ਇਹਦਾ ਕੋਸਟਿਊਮ ਹੈਗਾ, ਲੁੱਕ ਜਿਹੜੀ ਹੈਗੀ ਹੈ ਇਹਦੀ, ਉਹਨੂੰ ਵੀ ਅਸੀਂ ਚੇਂਜ ਕਰ ਦਾਂਗੇ। ਤੇ ਉਸ ਨੂੰ ਕੀ ਕਰਾਂਗੇ ਅਸੀਂ, ਸੀਜ਼ਰ। ਤੇ ਇੱਕ ਮੈਸੇਜ ਨੂੰ ਵੀ ਅਸੀਂ ਬਰੋਡਕਾਸਟ ਕਰ ਦਾਂਗੇ। ਮੈਸੇਜ ਕੀ ਬਰੋਡਕਾਸਟ ਕਰਾਂਗੇ, ਸੀਜ਼ਰ। ਸਿਮਿਲਰਲੀ ਸੈਕਿੰਡ ਦੇ ਵਿੱਚ ਇੱਥੇ ਅਸੀਂ ਕਿਹਦਾ ਸਕੋਰ ਇਨਕਰੀਜ਼ ਕਰਾਂਗੇ, ਕੰਪਿਊਟਰ ਦਾ। ਤੇ ਇੱਥੇ ਜਿਹੜੀ ਵੈਲਿਊ ਲਵਾਂਗੇ ਅਸੀਂ ਰੈਂਡਮ ਵੈਲਿਊ ਜੇ ਸਾਡੇ ਕੋਲ ਆ ਜਾਂਦੀ ਹੈ 3, ਤੇ ਜਿਹੜਾ ਕੋਸਟਿਊਮ ਹੈਗਾ ਉਸ ਵਿੱਚ ਕੀ ਚੂਜ਼ ਆਊਟ ਕਰਾਂਗੇ, ਪੇਪਰ। ਤੇ ਮੈਸੇਜ ਵੀ ਅਸੀਂ ਇੱਥੇ ਪੇਪਰ ਹੀ ਡਿਸਪਲੇ ਕਰਾਵਾਂਗੇ। ਸਿਮਿਲਰਲੀ ਇਹ ਬਿਲਕੁਲ ਸੇਮ ਕੋਡਿੰਗ ਆ, ਲੇਕਿਨ ਥੋੜ੍ਹੀ ਬਹੁਤ ਚੇਂਜਸ ਦੇ ਨਾਲ ਸਾਡੇ ਕੋਲੇ ਜਾਊਗੀ ਜੀ। ਇਹ ਰੌਕ ਦੀ ਹੋਗੀ, ਦੈਨ ਸੀਜ਼ਰ ਦੀ, ਹੁਣ ਸੀਜ਼ਰ ਦੇ ਵਿੱਚ ਕੀ ਹੋਊਗਾ, ਜੇ ਆਪਾਂ ਸੀਜ਼ਰ ਦੀ ਗੱਲ ਕਰੀਏ ਤਾਂ ਸੀਜ਼ਰ ਦੇ ਵਿੱਚ ਜਿਹੜਾ ਸਾਡੇ ਕੋਲ ਰੈਂਡਮ ਵੇਰੀਏਬਲ ਆਊਗਾ ਉਹ ਆਏਗਾ ਜੀ, ਪਹਿਲਾਂ ਆਊਗਾ 1। ਤੇ ਇਸ ਦੇ ਵਿੱਚ ਸਾਡੇ ਕੋਲ ਕੰਪਿਊਟਰ ਦਾ ਜਿਹੜਾ ਸਕੋਰ ਹੈਗਾ ਉਹ ਇਨਕਰੀਜ਼ ਹੋ ਜਾਏਗਾ, ਕੰਪਿਊਟਰ ਸਕੋਰ 1 ਹੋ ਜਾਏਗਾ। ਤੇ ਜਿਹੜਾ ਕੋਸਟਿਊਮ ਆਏਗਾ ਉਹ ਕੀ ਆਏਗਾ, ਰੌਕ। ਮੈਸੇਜ ਵੀ ਕੀ ਡਿਸਪਲੇ ਹੋਊਗਾ, ਰੌਕ। ਦੈਨ ਅਗੇਨ ਜਿਹੜਾ 1 ਤੇ 3 ਆਲਰੇਡੀ ਹੈਗਾ ਉਰੇ, ਤੇ ਇੱਥੇ ਕਿਹਦਾ ਸਕੋਰ ਇਨਕਰੀਜ਼ ਹੋਊਗਾ, ਯੂਅਰ ਸਕੋਰ ਇਨਕਰੀਜ਼ ਹੋਊਗਾ। ਤੇ ਇੱਥੇ ਪੇਪਰ ਹੀ ਆਊਗਾ ਜੀ, ਇੱਥੇ ਪੇਪਰ ਹੀ ਆਊਗਾ। ਸੋ ਇੱਥੇ ਸੀਜ਼ਰ ਦੀ ਜਿਹੜੀ ਬਲੌਕ ਕੋਡਿੰਗ ਆ ਉਹ ਵੀ ਸਾਡੇ ਕੋਲ ਕੰਪਲੀਟ ਹੋ ਗਈ। ਨੈਕਸਟ ਸਾਡੇ ਕੋਲ ਕਿਹੜੀ ਕੋਡਿੰਗ ਆਈ ਹੈ, ਨੈਕਸਟ ਆ ਗਈ ਸਾਡੇ ਕੋਲੇ ਪੇਪਰ ਦੀ। ਅਗਰ ਪੇਪਰ ਮੈਸੇਜ ਰਿਸੀਵ ਹੁੰਦਾ ਮੇਰੇ ਕੋਲੇ ਤਾਂ ਜਿਹੜਾ ਵੇਰੀਏਬਲ ਹੈਗਾ ਰੈਂਡਮ ਵੇਰੀਏਬਲ ਮੇਰੇ ਕੋਲ ਚੂਜ਼ ਆਊਗਾ ਫਸਟ, ਪਹਿਲਾਂ 1, ਤੇ ਇੱਥੇ ਪਲੇਅਰ ਦਾ ਸਕੋਰ ਇਨਕਰੀਜ਼ ਹੋਊਗਾ। ਇੱਥੇ ਇਹ ਜਾਊਗਾ ਜੀ ਰੌਕ, ਮੈਸੇਜ ਵੀ ਰੌਕ ਜਾਊਗਾ। ਅਗਰ ਰੈਂਡਮ ਵੇਰੀਏਬਲ 2 ਆ ਜਾਂਦਾ ਦੈਨ ਸੀਜ਼ਰ, ਮੈਸੇਜ ਵੀ ਮੇਰੇ ਕੋਲ ਸੀਜ਼ਰ ਜਾਊਗਾ। ਸੀਜ਼ਰਸ ਇਹ ਮੇਰੇ ਕੋਲੇ ਬਲੌਕ ਦੀ ਜਿਹੜਾ ਸੈਕਿੰਡ ਹੈਗਾ ਕੰਪਿਊਟਰ ਪਲੇਅਰ, ਉਹਦੀ ਮੇਰੇ ਕੋਲ ਕੋਡਿੰਗ ਖਤਮ ਹੋ ਗਈ। ਹੁਣ ਅਸੀਂ ਇਸ ਨੂੰ ਟੈਸਟ ਕਰਕੇ ਵੇਖਦੇ ਹਾਂ ਕਿ ਜਿਹੜੇ ਸਕੋਰ ਹੈਗੇ ਨੇ ਉਹ ਇਨਕਰੀਜ਼ ਹੁੰਦੇ ਨੇ ਜਾਂ ਨਹੀਂ ਹੁੰਦੇ। ਉਹਦੇ ਲਈ ਰਨ 'ਤੇ ਕਲਿੱਕ ਕੀਤਾ, ਇਨੀਸ਼ੀਅਲੀ 0 'ਤੇ ਸੈੱਟ ਹੋ ਗਏ, ਦੈਨ ਸਕੋਰ ਚੇਂਜ ਹੋ ਰਹੇ ਨੇ। ਦੈਨ ਸੀਜ਼ਰ, ਸੋ ਸਟੂਡੈਂਟਸ ਇਹ ਸੀਗੀ ਸਾਡੇ ਕੋਲ ਰੌਕ ਪੇਪਰ ਸੀਜ਼ਰ ਗੇਮ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਈ ਹੋਏਗੀ। ਇਸ ਦੇ ਵਿੱਚ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਮੁਤਾਬਿਕ ਜਾਂ ਆਪਣੇ ਕ੍ਰੀਏਟਿਵ ਮਾਈਂਡ ਦੇ ਦੁਆਰਾ ਇਨੋਵੇਸ਼ਨਸ ਹੋਰ ਵੀ ਕਰ ਸਕਦੇ ਹੋ। ਜਿੱਦਾਂ ਕਿ ਇਹਦੇ ਵਿੱਚ ਟਾਈਮਰ ਲਗਾ ਸਕਦੇ ਹੋ ਵੀ, ਕਿਉਂਕਿ ਮੈਂ ਇੱਥੇ ਫੋਰ ਐਵਰ ਲਗਾਤੀ ਵੀ ਜਿੰਨਾ ਚਿਰ ਵਿੰਡੋ ਓਪਨ ਹੈਗੀ ਆ। ਤੁਸੀਂ ਇੱਥੇ ਟਾਈਮਰ ਵੀ ਲਗਾ ਸਕਦੇ ਹੋ
ਕਿ ਜੀ ਇਹ ਜਿਹੜੀ ਹੈਗੀ ਆ ਗੇਮ ਸਿਰਫ 5 ਮਿੰਟ ਲਈ ਚੱਲੇ ਜਾਂ 10 ਮਿੰਟ ਲਈ ਚੱਲੇ ਜਾਂ 5 ਵਾਰੀਆਂ ਜਾਂ 10 ਵਾਰੀ ਹੀ ਸਿਰਫ ਇਹ ਜਿਹੜੀ ਗੇਮ ਹੈਗੀ ਆ ਉਹ ਚੱਲੇ। ਇੱਦਾਂ ਦੀਆਂ ਇਨੋਵੇਸ਼ਨਸ ਤੁਸੀਂ ਕਰ ਸਕਦੇ ਹੋ ਜਾਂ ਇੰਪਰੂਵਮੈਂਟ ਕਰ ਸਕਦੇ ਹੋ ਇਹਦੇ ਵਿੱਚ। ਤੇ ਸੈਕੰਡ ਚੀਜ਼ ਜਿਹੜੀ ਹੈਗੀ ਆ ਇਹਦੇ ਵਿੱਚ ਹੋਰ ਤੁਸੀਂ ਮੋਡੀਫਿਕੇਸ਼ਨ ਕਰ ਸਕਦੇ ਹੋ, ਇਹਨੂੰ ਹੋਰ ਜ਼ਿਆਦਾ ਟ੍ਰੇਨ ਕਰ ਸਕਦੇ ਹੋ ਵਧੀਆ। ਤੇ ਜਿੱਦਾਂ ਵੀ ਤੁਹਾਡੇ ਕ੍ਰੀਏਟਿਵ ਮਾਈਂਡ ਦੇ ਵਿੱਚ ਕੋਈ ਗੱਲ ਆਉਂਦੀ ਹੈ ਤੁਸੀਂ ਇਹਨੂੰ ਇੰਪਰੂਵ ਕਰ ਸਕਦੇ ਹੋ। ਇਹਦਾ ਮੈਂ ਜਿਹੜਾ ਕੋਡ ਹੈਗਾ ਉਹ ਵੀ ਤੁਹਾਡੇ ਨਾਲ ਇਸ ਡਿਸਕ੍ਰਿਪਸ਼ਨ ਬਾਕਸ ਦੇ ਲਿੰਕ ਦੇ ਵਿੱਚ ਜਿਹੜਾ ਹੈਗਾ ਇਹ ਪੂਰਾ ਦਾ ਪੂਰਾ ਕੋਡ ਹੈਗਾ ਮੈਂ ਸ਼ੇਅਰ ਕਰ ਰਿਹਾ। ਤੁਸੀਂ ਇਹਨੂੰ ਸਿਰਫ ਓਪਨ ਕਰਕੇ ਆਪਣੇ ਕੰਪਿਊਟਰ ਦੇ ਵਿੱਚ ਰਨ ਕਰ ਸਕਦੇ ਹੋ। ਤੇ ਦੂਜੀ ਗੱਲ ਜਿਹੜਾ ਇਹਦੇ ਨਾਲ ਫਲੋ ਚਾਰਟ ਸੀਗਾ ਉਹ ਵੀ ਮੈਂ ਨਾਲ ਦੀ ਨਾਲ ਹੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਪਾ ਰਿਹਾ, ਉਹਦੇ ਵਿੱਚ ਮੈਂ ਸ਼ੇਅਰ ਕਰ ਰਿਹਾ।